ਹੈਲੋ ਫਰੈਂਡਸ, ਵੈਲਕਮ ਟੂ ਮਾਈ ਚੈਨਲ ਵੈਬ ਇਕਨੋਮਿਕਸ। ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋ। ਵੈਬ ਇਕਨੋਮਿਕਸ ਦੇ ਤੁਸੀਂ ਇਕਨੋਮਿਕਸ ਦੇ ਸਾਰੇ ਕਨਸੈਪਟਸ ਨੂੰ ਪੰਜਾਬੀ ਵਿੱਚ ਸਮਝ ਪਾਓਗੇ। ਤੁਸੀਂ ਦੇਖਿਆ ਹੋਏਗਾ ਕਿ YouTube ਤੇ ਇਕਨੋਮਿਕਸ ਦੀਆਂ ਜ਼ਿਆਦਾਤਰ ਵੀਡੀਓਜ਼ ਇੰਗਲਿਸ਼ ਜਾਂ ਹਿੰਦੀ ਵਿੱਚ ਹੀ ਪਈਆਂ ਹੁੰਦੀਆਂ ਨੇ। ਸੋ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਉਹਨਾਂ ਸਟੂਡੈਂਟਸ ਲਈ ਜਿਨ੍ਹਾਂ ਨੂੰ ਹਿੰਦੀ ਜਾਂ ਇੰਗਲਿਸ਼ ਸਮਝਣ ਵਿੱਚ ਦਿੱਕਤ ਹੁੰਦੀ ਹੈ ਪਰ ਉਹਨਾਂ ਦੇ ਇਕਨੋਮਿਕਸ ਵਿੱਚ ਇੰਟਰਸਟ ਹੈ। ਕਿਉਂਕਿ ਅੱਜ ਆਪਣਾ ਫਸਟ ਲੈਕਚਰ ਹੈ, ਸੋ ਆਪਾਂ ਅੱਜ ਇਕਨੋਮਿਕਸ ਨਾਲ ਇੰਟਰੋਡਕਸ਼ਨ ਕਰਾਂਗੇ। ਆਪਾਂ ਗੱਲ ਕਰਾਂਗੇ ਕਿ ਇਕਨੋਮਿਕਸ ਅੰਦਰ ਕੀ ਸਟੱਡੀ ਕੀਤਾ ਜਾਂਦਾ ਹੈ, ਕਿਹੜੀਆਂ ਪ੍ਰੋਬਲਮਸ ਆਉਂਦੀਆਂ ਨੇ, ਜਾਂ ਜੋ ਇਕਨੋਮਿਕਸ ਦੀ ਬੇਸਿਕ ਟਰਮ ਹੈ, ਇਕਨੋਮਿਕਸ ਮਾਡਰਨ ਟਰਮ ਹੈ, ਇਸ ਨੂੰ ਸਭ ਤੋਂ ਪਹਿਲਾਂ ਕਿਹਨੇ ਯੂਜ਼ ਕੀਤਾ, ਇਸ ਦੀ ਹਿਸਟਰੀ ਕੀ ਹੈ। ਸੋ ਸ਼ੁਰੂ ਕਰਦੇ ਹਾਂ ਕਿ ਇਕਨੋਮਿਕਸ ਦੇ ਅੰਦਰ ਸਟੱਡੀ ਕੀ ਕੀਤਾ ਜਾਂਦਾ ਹੈ। ਬੇਸਿਕਲੀ ਜੋ ਇਕਨੋਮਿਕਸ ਦੇ ਅੰਦਰ ਮੇਨ ਪ੍ਰੋਬਲਮ ਸਟੱਡੀ ਕੀਤੀ ਜਾਂਦੀ ਹੈ ਉਹ ਹੈ ਪ੍ਰੋਬਲਮ ਆਫ ਚੋਇਸ। ਹੁਣ ਪ੍ਰੋਬਲਮ ਆਫ ਚੋਇਸ ਕੀ ਹੈ? ਪ੍ਰੋਬਲਮ ਆਫ ਚੋਇਸ ਹੈ ਕਿ ਜੋ ਆਪਣੇ ਰਿਸੋਰਸਿਸ ਨੇ ਲਿਮਿਟਿਡ ਨੇ, ਪਰ ਜੋ ਹਿਊਮਨ ਬੀਇੰਗ ਦੀਆਂ ਵਿਸ਼ਿਜ਼ ਨੇ, ਵਾਂਟਸ ਨੇ, ਉਹ ਅਨਲਿਮਿਟਿਡ ਨੇ। ਸੋ ਉਹਨਾਂ ਨੂੰ ਵੀ ਸੈਟਿਸਫਾਈ ਕਰਨਾ ਹੈ, ਪਰ ਆਪਣੇ ਕੋਲ ਕਿਉਂਕਿ ਰਿਸੋਰਸਿਸ ਵੀ ਲਿਮਿਟਿਡ ਨੇ। ਸੋ ਇਕਨੋਮਿਕਸ ਦੇ ਅੰਦਰ ਸਟੱਡੀ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਉਹਨਾਂ ਸਕਾਰਸ ਰਿਸੋਰਸਿਸ ਨੂੰ ਯੂਜ਼ ਕੀਤਾ ਜਾਏ ਕਿ ਹਿਊਮਨ ਬੀਇੰਗ ਸੈਟਿਸਫਾਈ ਵੀ ਹੋ ਜਾਏ ਅਤੇ ਉਹਨਾਂ ਰਿਸੋਰਸਿਸ ਦੀ ਵੇਸਟ ਵੀ ਨਾ ਹੋਏ, ਉਹਨਾਂ ਦਾ ਯੂਜ਼ ਵੀ ਵਧੀਆ ਤਰੀਕੇ ਨਾਲ ਹੋ ਜਾਏ ਅਤੇ ਹਿਊਮਨ ਬੀਇੰਗ ਦੀਆਂ ਜੋ ਵਾਂਟਸ ਨੇ ਉਹ ਵੀ ਸੈਟਿਸਫਾਈ ਹੋ ਜਾਣ। ਸੋ ਬੇਸਿਕਲੀ ਇਹਦੇ ਅੰਦਰ ਮੇਨ ਪ੍ਰੋਬਲਮ ਜੋ ਡਿਸਕਸ ਕੀਤੀ ਜਾਂਦੀ ਹੈ, ਇਸ ਨੂੰ ਤੁਸੀਂ ਦਿਮਾਗ ਵਿੱਚ ਬਿਠਾ ਲੈਣਾ ਹੈ ਕਿ ਮੇਨ ਪ੍ਰੋਬਲਮ ਹੈ ਪ੍ਰੋਬਲਮ ਆਫ ਚੋਇਸ, ਜੋ ਇਕਨੋਮਿਕਸ ਦੇ ਅੰਦਰ ਸਟੱਡੀ ਕੀਤੀ ਜਾਂਦੀ ਹੈ। ਸੋ ਮੰਨ ਲਓ ਕਿ ਤੁਹਾਡੇ ਕੋਲ 1 ਹੈਕਟੇਅਰ ਲੈਂਡ ਹੈ। ਹੁਣ ਤੁਹਾਡੇ ਕੋਲ ਘਰ ਵੀ ਨਹੀਂ ਹੈ, ਪਰ ਤੁਹਾਡੇ ਕੋਲ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਉਸ 'ਤੇ ਖੇਤੀ ਵੀ ਕਰੋ। ਸੋ 1 ਹੈਕਟੇਅਰ ਲੈਂਡ ਨਾਲ ਤੁਸੀਂ ਕੀ ਕਰ ਸਕੋਗੇ? ਸੋ ਇੱਥੇ ਪ੍ਰੋਬਲਮ ਆਫ ਚੋਇਸ ਅਕਰ ਹੋ ਜਾਂਦੀ ਹੈ। ਸੋ ਤੁਹਾਡੀ ਬੇਸਿਕ ਨੀਡ ਇਸ ਵੇਲੇ ਕੀ ਹੈ ਕਿ ਤੁਹਾਡੇ ਕੋਲ ਘਰ ਨਹੀਂ ਹੈ, ਤੁਸੀਂ ਸ਼ੈਲਟਰ ਚਾਹੁੰਦੇ ਹੋ। ਸੋ ਤੁਸੀਂ ਪਹਿਲਾਂ ਆਪਣੀ ਬੇਸਿਕ ਨੀਡ ਨੂੰ ਪੂਰਾ ਕਰੋਗੇ। ਇਸੇ ਤਰ੍ਹਾਂ ਸਾਰੇ ਰਿਸੋਰਸਿਸ ਮੋਸਟਲੀ ਜੋ ਨੇ ਸਕਾਰਸ ਨੇ। ਸਕਾਰਸਿਟੀ ਇੱਕ ਪ੍ਰੋਬਲਮ ਹੈ ਇਕਨੋਮਿਕਸ ਦੀ, ਪ੍ਰੋਬਲਮ ਆਫ ਚੋਇਸ ਨੂੰ ਪੈਦਾ ਕਰਦੀ ਹੈ। ਉਹਨਾਂ ਅਨਲਿਮਿਟਿਡ ਵਾਂਟਸ ਨੂੰ ਲਿਮਿਟਿਡ ਰਿਸੋਰਸਿਸ ਨਾਲ ਕਿਸ ਤਰ੍ਹਾਂ ਫੁੱਲਫਿਲ ਕੀਤਾ ਜਾਏ, ਕਿਸ ਤਰ੍ਹਾਂ ਹਿਊਮਨ ਬੀਇੰਗ ਨੂੰ ਸੈਟਿਸਫਾਈ ਕੀਤਾ ਜਾਏ, ਉਹ ਸਾਰਾ ਇਕਨੋਮਿਕਸ ਦੇ ਅੰਦਰ ਡਿਸਕਸ ਕੀਤਾ ਜਾਂਦਾ ਹੈ। ਹੁਣ ਅਨਲਿਮਿਟਿਡ ਵਾਂਟਸ ਕੀ ਨੇ ਹਿਊਮਨ ਬੀਇੰਗ ਦੀਆਂ? ਤੁਸੀਂ ਦੇਖੋਗੇ ਕਿ ਮੰਨ ਲਓ ਅਗਰ ਤੁਸੀਂ ਪੈਦਲ ਜਾਂਦੇ ਹੋ ਅਤੇ ਤੁਸੀਂ ਚਾਹੋਗੇ ਕਿ ਤੁਹਾਡੇ ਕੋਲ ਸਾਈਕਲ ਹੋਏ। ਹੁਣ ਅਗਰ ਤੁਸੀਂ ਸਾਈਕਲ ਖਰੀਦ ਲੈਂਦੇ ਹੋ ਤਾਂ ਤੁਹਾਡੀ ਇੱਛਾ ਹੋਰ ਵਧੇਗੀ। ਤੁਸੀਂ ਸੋਚੋਗੇ ਕਿ ਤੁਹਾਡੇ ਕੋਲ ਬਾਈਕ ਹੋਣਾ ਚਾਹੀਦਾ ਸੀ। ਮੰਨ ਲਓ ਤੁਹਾਡੇ ਕੋਲ ਬਾਈਕ ਵੀ ਆ ਗਿਆ, ਹੁਣ ਤੁਹਾਡੀ ਇੱਛਾ ਹੋਰ ਡੂੰਘੀ ਹੋ ਗਈ। ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੇ ਕੋਲ ਕਾਰ ਹੋਣੀ ਚਾਹੀਦੀ ਸੀ। ਸੋ ਇਸ ਤਰ੍ਹਾਂ ਮਨੁੱਖ ਦੀਆਂ ਜੋ ਇੱਛਾਵਾਂ ਨੇ ਉਹ ਹਮੇਸ਼ਾ ਵੱਧਦੀਆਂ ਰਹਿੰਦੀਆਂ ਨੇ। ਸੋ ਸਿੰਪਲ ਲੈਂਗੁਏਜ ਵਿੱਚ ਆਪਾਂ ਅਗਰ ਇਕਨੋਮਿਕਸ ਦੇ ਮਤਲਬ ਨੂੰ ਸਮਝੀਏ ਤਾਂ ਕੀ ਹੈ? ਇਕਨੋਮਿਕਸ ਇਜ਼ ਦਾ ਸਟੱਡੀ ਆਫ ਦੋਜ਼ ਐਕਟੀਵਿਟੀਜ਼ ਆਫ ਹਿਊਮਨ ਬੀਇੰਗਸ ਵਿਚ ਆਰ ਕੰਸਰਨਡ ਵਿਦ ਸੈਟਿਸਫੈਕਸ਼ਨ ਆਫ ਅਨਲਿਮਿਟਿਡ ਵਾਂਟਸ ਬਾਈ ਯੂਟੀਲਾਈਜ਼ਿੰਗ ਲਿਮਿਟਿਡ ਸੋਰਸਿਸ। ਹੁਣ ਇਸ 'ਤੇ 2 ਟਰਮਸ ਬੇਸਿਕਲੀ ਤੁਸੀਂ ਯਾਦ ਦੇਖੋਗੇ ਕੀ ਹਨ, ਅਨਲਿਮਿਟਿਡ ਵਾਂਟਸ ਅਤੇ ਲਿਮਿਟਿਡ ਰਿਸੋਰਸਿਸ। ਸੋ ਮੇਨ ਇਹਨਾਂ ਦੋਨਾਂ ਦਾ ਜੋ ਰਿਲੇਸ਼ਨ ਹੈ ਉਹ ਇਕਨੋਮਿਕਸ ਦੇ ਅੰਦਰ ਸਟੱਡੀ ਕੀਤਾ ਜਾਂਦਾ ਹੈ ਕਿ ਹਿਊਮਨ ਬੀਇੰਗ ਦੀਆਂ ਵਾਂਟਸ ਅਨਲਿਮਿਟਿਡ ਨੇ ਪਰ ਰਿਸੋਰਸਿਸ ਆਪਣੇ ਕੋਲ ਲਿਮਿਟਿਡ ਨੇ। ਸੋ ਉਹਨਾਂ ਨੂੰ ਕਿਸ ਤਰ੍ਹਾਂ ਸੈਟਿਸਫਾਈ ਕੀਤਾ ਜਾਏ, ਇਹ ਸਾਰਾ ਕੁਝ ਇਕਨੋਮਿਕਸ ਦੇ ਅੰਦਰ ਸਟੱਡੀ ਕੀਤਾ ਜਾਂਦਾ ਹੈ। ਅੱਗੇ ਦੇਖਦੇ ਹਾਂ ਕਿ ਇਕਨੋਮਿਕਸ ਦੀ ਜੋ ਮਾਡਰਨ ਟਰਮ ਹੈ ਉਹ ਕਿੱਥੋਂ ਇਵੋਲਿਊਟ ਹੋਈ। ਇਕਨੋਮਿਕਸ ਦਾ ਜੋ ਮਾਡਰਨ ਵਰਡ ਹੈ ਇਕਨੋਮਿਕਸ, ਇਹ ਗ੍ਰੀਕ ਭਾਸ਼ਾ ਦੇ 2 ਸ਼ਬਦਾਂ ਤੋਂ ਮਿਲ ਕੇ ਬਣਿਆ ਹੋਇਆ ਹੈ, ਓਇਕੋਸ ਅਤੇ ਨਿਮੀਨ। ਓਇਕੋਸ ਦਾ ਮਤਲਬ ਹੁੰਦਾ ਹੈ ਹਾਊਸ ਹੋਲਡ, ਨਿਮੀਨ ਦਾ ਮਤਲਬ ਹੁੰਦਾ ਹੈ ਟੂ ਮੈਨੇਜ। ਗ੍ਰੀਸ ਦੇ ਇੱਕ ਬੜੇ ਫੇਮਸ ਫਿਲੋਸਫਰ ਨੇ ਅਰਿਸਤੋ, ਉਹਨਾਂ ਨੇ ਕਿਹਾ ਕਿ ਇਕਨੋਮਿਕਸ ਦਾ ਮਤਲਬ ਹੈ ਘਰ-ਬਾਰ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾਏ, ਵਿਅਕਤੀ ਵਿਸ਼ੇਸ਼ ਨੂੰ ਕਿਸ ਤਰ੍ਹਾਂ ਮੈਨੇਜ ਕੀਤਾ ਜਾਏ। ਉਸੇ ਤਰ੍ਹਾਂ ਹੀ ਇਕਨੋਮਿਕਸ ਨੂੰ ਪਹਿਲਾਂ ਪੋਲੀਟੀਕਲ ਇਕੋਨਮੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਹੁਣ ਪੋਲੀਟੀਕਲ ਇਕੋਨਮੀ ਕੀ ਹੈ? ਇਹ ਪੋਲੀਟੀਕਲ ਵਰਡ ਕਿਉਂ ਯੂਜ਼ ਹੋਇਆ? ਹੁਣ ਤੁਸੀਂ ਦੇਖੋ ਕਿ ਜੋ ਵੀ ਇਕਨੋਮਿਕਸ ਦੀਆਂ ਜ਼ਿਆਦਾਤਰ ਫੀਲਡਸ ਨੇ ਉਹ ਪੋਲੀਟਿਕਸ ਨਾਲ ਜੁੜੀਆਂ ਹੋਈਆਂ ਨੇ। ਟੈਕਸਿਸ ਪੋਲੀਟਿਕਸ ਨਾਲ ਜੁੜੇ ਹੋਏ ਨੇ। ਆਪਣੇ 'ਤੇ ਸਰਕਾਰ ਹੈ ਜੋ ਟੈਕਸ ਲਗਾਉਂਦੀ ਹੈ, ਚਾਹੇ ਉਹ ਸਟੇਟ ਗਵਰਨਮੈਂਟ ਹੈ ਚਾਹੇ ਉਹ ਸੈਂਟਰ ਗਵਰਨਮੈਂਟ ਹੈ। GST ਹੋ ਗਿਆ, ਇਹ ਗਵਰਨਮੈਂਟ ਦੁਆਰਾ ਲਗਾਇਆ ਜਾਂਦਾ ਹੈ। ਇਨਕਮ ਟੈਕਸ ਗਵਰਨਮੈਂਟ ਦੁਆਰਾ ਲਗਾਇਆ ਜਾਂਦਾ ਹੈ। ਪ੍ਰੋਪਰਟੀ ਟੈਕਸ ਗਵਰਨਮੈਂਟ ਦੁਆਰਾ ਲਗਾਇਆ ਜਾਂਦਾ ਹੈ। ਸੋ ਇਕਨੋਮਿਕਸ ਹੈ ਜੋ ਉਹ ਸਰਕਾਰ ਨਾਲ ਜੁੜੀ ਹੋਈ ਹੈ ਕਿਸੇ ਨਾ ਕਿਸੇ ਤਰੀਕੇ ਨਾਲ, ਇਸ ਲਈ ਇਸ ਨੂੰ ਪਹਿਲਾਂ ਪੋਲੀਟੀਕਲ ਇਕੋਨਮੀ ਕਿਹਾ ਜਾਂਦਾ ਸੀ। ਹੁਣ ਪੋਲੀਟੀਕਲ ਇਕੋਨਮੀ ਜੋ ਵਰਡ ਸੀ ਉਹ ਬੇਸਿਕਲੀ ਕਿਉਂ ਯੂਜ਼ ਹੋਇਆ?
ਇੰਡੀਅਨ ਸਟੇਟਸਮੈਨ ਨੇ ਚਾਣਕਿਆ ਜਾਂ ਕੌਟਿਲਿਆ, ਤੁਸੀਂ ਸਾਰੇ ਜਾਣਦੇ ਹੋ ਉਹਨਾਂ ਨੂੰ। ਗੁਪਤ ਸਮਾਜ ਦੇ ਇੱਕ ਫੇਮਸ ਜੋ ਸੀ ਇਕੋਨਮਿਸਟ ਵੀ ਸੀ, ਪੋਲੀਟੀਸ਼ੀਅਨ ਵੀ ਸੀ, ਉਹਨਾਂ ਦੇ ਮੰਤਰੀ ਵੀ ਸੀ, ਰਾਈਟਰ ਵੀ ਸੀ। ਸੋ ਉਹਨਾਂ ਨੇ ਇੱਕ ਕਿਤਾਬ ਲਿਖੀ ਸੀ ਅਰਥ ਸ਼ਾਸਤਰਾ, ਇਕਨੋਮਿਕਸ ਦੀ ਬੁੱਕ ਹੈ, ਪਰ ਉਹਨਾਂ ਨੇ ਉਸ ਬੁੱਕ ਵਿੱਚ ਦੋਨੋਂ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਡਿਸਕਸ ਕੀਤਾ ਸੀ। ਕੀ ਐਕਟੀਵਿਟੀਜ਼ ਸੀ? ਇਕਨੋਮਿਕ ਐਕਟੀਵਿਟੀਜ਼ ਜਾਂ ਪੋਲੀਟੀਕਲ ਐਕਟੀਵਿਟੀਜ਼। ਦੋਨੋਂ ਐਕਟੀਵਿਟੀਜ਼ ਨੂੰ ਬੜੇ ਹੀ ਵਾਸਟ ਤਰੀਕੇ ਨਾਲ ਉਹਨਾਂ ਨੇ ਐਕਸਪਲੇਨ ਕੀਤਾ ਸੀ। ਉਸ ਸਮੇਂ ਦੀਆਂ ਜੋ ਨੀਤੀਆਂ ਸੀ, ਕੀ ਕਰ ਲਗਾਏ ਜਾਂਦੇ ਸੀ, ਕੀ ਟੈਕਸਿਸ ਸੀ, ਕੀ ਗਵਰਨਮੈਂਟ ਨੂੰ ਰੈਵਨਿਊ ਕਿੱਥੋਂ ਹੁੰਦਾ ਸੀ, ਵਗੈਰਾ ਵਗੈਰਾ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਡਿਸਕਸ ਕੀਤੀਆਂ। ਇਸ ਕਰਕੇ ਇਹ ਫੇਮਸ ਹੋ ਗਈ ਪੋਲੀਟੀਕਲ ਇਕੋਨਮੀ ਦੇ ਨਾਮ ਨਾਲ। ਹੁਣ ਇੱਥੇ ਤੁਸੀਂ ਦੇਖੋ, ਇੱਥੇ ਲਿਖਿਆ ਹੋਇਆ ਪੋਲੀਟੀਕਲ ਇਕੋਨਮੀ ਬੇਸਿਕਲੀ ਕੰਬਾਈਨ ਟ੍ਰੇਡ, ਟੈਕਸਿਸ, ਰੈਵਨਿਊ ਐਟਸੈਟਰਾ ਟੂ ਗਵਰਨਮੈਂਟ। ਜੋ ਪੋਲੀਟੀਕਲ ਇਕੋਨਮੀ ਹੈ ਉਹ ਬੇਸਿਕਲੀ ਕੀ ਕਰਦੀ ਹੈ? ਟ੍ਰੇਡ ਨੂੰ, ਟੈਕਸਿਸ ਨੂੰ, ਰੈਵਨਿਊ ਨੂੰ, ਇਹ ਸਾਰਿਆਂ ਨੂੰ ਗਵਰਨਮੈਂਟ ਨਾਲ ਕੰਬਾਈਨ ਕਰਦੀ ਹੈ। ਇਹ ਇੱਕ ਸੋਸ਼ਲ ਸਾਇੰਸ ਹੈ। ਹੁਣ ਆਪਾਂ ਦੇਖਦੇ ਹਾਂ ਕਿ ਡਿਫਰੈਂਟ ਇਕੋਨਮਿਸਟ ਜਾਂ ਫਿਲੋਸਫਰਸ ਨੇ ਕੀ ਨਾਮ ਦਿੱਤਾ। ਵੀਟਲੀ ਨੇ ਇਕੋਨਮਿਕਸ ਨੂੰ ਕੈਟਾਲੈਕਟਿਕਸ ਕਿਹਾ। ਕੈਟਾਲੈਕਟਿਕਸ ਕੀ ਹੈ? ਕੈਟਾਲੈਕਟਿਸ ਕੀ ਐਕਸਪਲੇਨ ਕਰਦਾ ਹੈ? ਕੈਟਾਲੈਕਟਿਸ ਕਹਿੰਦਾ ਹੈ ਕਿ ਪ੍ਰਾਈਸਿਸ ਕੀ ਨੇ, ਇਹਦੇ ਅੰਦਰ ਸਟੱਡੀ ਕੀਤਾ ਜਾਂਦਾ ਹੈ ਕਿ ਪ੍ਰਾਈਸਿਸ ਕੀ ਚੱਲ ਰਹੇ ਨੇ। ਸ਼ੁੱਡ ਵੀ ਹੋਣਾ ਕੀ ਚਾਹੀਦਾ ਹੈ ਕਿ ਪ੍ਰਾਈਸਿਸ ਹੋ ਕੀ ਰਹੇ ਨੇ। ਸਟੱਡੀ ਇਹ ਹੋਣਾ ਚਾਹੀਦਾ ਹੈ ਕਿ ਪ੍ਰਾਈਸਿਸ ਹੋਣੇ ਕੀ ਚਾਹੀਦੇ ਨੇ, ਪਰ ਇਹ ਸਟੱਡੀ ਕੀ ਕਰਦਾ ਹੈ ਕਿ ਪ੍ਰਾਈਸਿਸ ਚੱਲ ਕੀ ਰਹੇ ਨੇ। ਇਸੇ ਤਰ੍ਹਾਂ ਹੈਰਨ ਨੇ ਇਸ ਨੂੰ ਪਲੂਟੋਲੋਜੀ ਦਾ ਨਾਮ ਦਿੱਤਾ। ਪਲੂਟੋਲੋਜੀ ਕੀ ਹੈ? ਪਲੂਟੋਲੋਜੀ ਸਟੱਡੀ ਕਰਦਾ ਹੈ, ਸਾਇੰਟੀਫਿਕ ਸਟੱਡੀ ਕਰਦਾ ਹੈ ਵੈਲਥ ਦੀ, ਕਿ ਵੈਲਥ ਨੂੰ ਸਾਇੰਟੀਫਿਕ ਵੇ ਨਾਲ ਸਟੱਡੀ ਕਰਦਾ ਹੈ। ਇਸੇ ਤਰ੍ਹਾਂ ਇਨਗ੍ਰਮ ਨੇ ਇਸ ਨੂੰ ਰੈਫਰ ਕੀਤਾ ਕੈਰੇਮੈਟਿਸਟਿਕਸ। ਕੈਰੇਮੈਟਿਸਟਿਕਸ ਬੇਸਿਕਲੀ ਇੱਕ ਥਿਊਰੀ ਹੈ ਜੋ ਸਟੱਡੀ ਕਰਦੀ ਹੈ ਕਿ ਵੈਲਥ ਨੂੰ ਪੈਸੇ ਨਾਲ ਕਿਸ ਤਰ੍ਹਾਂ ਜੋੜਿਆ ਜਾਏ। ਕੈਰੇਮੈਟਿਸਟਿਕਸ ਇਹ ਸਟੱਡੀ ਕਰਦੀ ਹੈ। ਹੁਣ ਜੋ ਟਰਮ ਇਕੋਨਮਿਕਸ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਇਸ ਨੂੰ ਫਸਟ ਟਾਈਮ ਕਿਹਨੇ ਯੂਜ਼ ਕੀਤਾ ਹੋਏਗਾ, ਤਾਂ ਡਾਕਟਰ ਐਲਫਰਡ ਮਾਰਸ਼ਲ ਨੇ, ਬੜੇ ਫੇਮਸ ਇਕੋਨਮਿਸਟ ਨੇ। ਇਹਨਾਂ ਨੇ 1890 ਵਿੱਚ ਆਪਣੀ ਬੁੱਕ ਦਿੱਤੀ ਪ੍ਰਿੰਸੀਪਲਸ ਆਫ ਇਕੋਨੋਮਿਕਸ। ਇਹਨਾਂ ਨੇ ਪਹਿਲੀ ਵਾਰ ਜੋ ਇਕਨੋਮਿਕਸ ਸ਼ਬਦ ਸੀਗਾ ਉਸ ਨੂੰ ਆਪਣੀ ਕਿਤਾਬ ਵਿੱਚ ਯੂਜ਼ ਕੀਤਾ। ਇਸ ਤੋਂ ਬਾਅਦ ਇਕਨੋਮਿਕਸ ਟਰਮ ਐਜ਼ ਸਬਜੈਕਟ ਲਈ ਯੂਜ਼ ਹੋਣਾ ਸ਼ੁਰੂ ਹੋ ਗਿਆ। ਹੁਣ ਆਪਾਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਐਡਮ ਸਮਿਥ ਦੀ। ਐਡਮ ਸਮਿਥ ਕੌਣ ਨੇ? ਐਡਮ ਸਮਿਥ ਨੇ ਫਾਦਰ ਆਫ ਮਾਡਰਨ ਇਕੋਨੋਮਿਕਸ। ਇਹਨਾਂ ਨੇ ਪ੍ਰੈਜੈਂਟ ਫੋਰਮ ਦਿੱਤੀ ਹੈ ਇਕਨੋਮਿਕਸ ਦੀ। ਇਹਨਾਂ ਨੇ ਇੱਕ ਬੁੱਕ ਦਿੱਤੀ ਐਨ ਇਨਕੁਆਇਰੀ ਇਨਟੂ ਨੇਚਰ ਐਂਡ ਕੋਸਿਸ ਆਫ ਵੈਲਥ ਆਫ ਨੇਸ਼ਨ 1776 ਵਿੱਚ। ਇਸ ਨੂੰ ਸ਼ਾਰਟ ਨੇਮ ਵੈਲਥ ਆਫ ਨੇਸ਼ਨ ਨਾਲ ਜਾਣਿਆ ਜਾਂਦਾ, ਜੋ ਕਿ ਪਬਲਿਸ਼ਡ ਹੋਈ ਸੀ 1776 ਵਿੱਚ। ਐਡਮ ਸਮਿਥ ਨੂੰ ਫਾਦਰ ਆਫ ਮਾਡਰਨ ਇਕੋਨੋਮਿਕਸ ਕਿਉਂ ਕਿਹਾ ਜਾਂਦਾ? ਕਿਉਂਕਿ ਜੋ ਵੀ ਆਪਾਂ ਮਾਡਰਨ ਅੱਜ ਇਕੋਨੋਮਿਕਸ ਵਿੱਚ ਪੜ੍ਹ ਰਹੇ ਹਾਂ, ਜੋ ਵੀ ਸਟੱਡੀ ਕਰ ਰਹੇ ਹਾਂ, ਉਹ ਸਾਰਾ ਕੁਝ ਐਡਮ ਸਮਿਥ ਨੇ ਆਪਣੀ ਬੁੱਕ ਦੇ ਅੰਦਰ ਸਟੱਡੀ ਕੀਤਾ, ਉਸ ਨੂੰ ਲਿਖਿਆ। ਜੋ ਮਤਲਬ ਰਿਟਨ ਫੋਰਮ ਹੈ ਜੋ ਇਕਨੋਮਿਕਸ ਦੀ, ਉਹ ਆਪਾਂ ਨੂੰ ਐਡਮ ਸਮਿਥ ਨੇ ਦਿੱਤੀ। ਐਸੇ ਕਰਕੇ ਇਹਨਾਂ ਨੂੰ ਫਾਦਰ ਆਫ ਮਾਡਰਨ ਇਕੋਨੋਮਿਕਸ ਕਿਹਾ ਜਾਂਦਾ ਹੈ। ਹੁਣ ਆਪਾਂ ਡੈਫੀਨੇਸ਼ਨਸ ਦੀ ਗੱਲ ਕਰਦੇ ਹਾਂ। ਬੇਸਿਕਲੀ ਬਹੁਤ ਸਾਰੇ ਇਹੋ ਜਿਹੇ ਇਕੋਨਮਿਸਟਸ ਨੇ ਜਿਨ੍ਹਾਂ ਨੇ ਕਿਹਾ ਹੈ ਕਿ ਇਕਨੋਮਿਕਸ ਦੀ ਕੋਈ ਇੱਕ ਡੈਫੀਨੇਸ਼ਨ ਨਹੀਂ ਹੋ ਸਕਦੀ, ਕਿਉਂਕਿ ਇਕਨੋਮਿਕਸ ਇਹੋ ਜਿਹਾ ਸਬਜੈਕਟ ਹੈ ਜਿਸ ਵਿੱਚ ਰੋਜ਼ ਡਿਵੈਲਪਮੈਂਟ ਹੁੰਦੀ ਰਹਿੰਦੀ ਹੈ, ਰੋਜ਼ ਰਿਸਰਚਿਸ ਹੁੰਦੀਆਂ ਨੇ। ਸੋ ਉਹਨਾਂ ਵਿੱਚ ਨਵੀਆਂ ਚੀਜ਼ਾਂ ਜੁੜਦੀਆਂ ਰਹਿੰਦੀਆਂ। ਪਰ ਫਿਰ ਵੀ ਆ ਜੋ 3 ਡੈਫੀਨੇਸ਼ਨਸ ਨੇ, ਇਹ ਬਹੁਤ ਵੱਡੇ ਇਕੋਨਮਿਸਟ ਤਿੰਨਾਂ ਨੇ ਹੀ ਦਿੱਤੀਆਂ। ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਜੋ ਮੋਸਟਲੀ ਐਗਜ਼ਾਮਸ ਵਿੱਚ ਪੁੱਛਿਆ ਜਾਂਦਾ ਹੈ। ਸੋ ਆਪਾਂ ਅੱਜ ਬੇਸਿਕਲੀ ਸਿਰਫ ਵੈਲਥ ਡੈਫੀਨੇਸ਼ਨ ਦੀ ਗੱਲ ਕਰਾਂਗੇ, ਜਿਸ ਨੂੰ ਆਪਾਂ ਡੈਪਥ ਵਿੱਚ ਪੜ੍ਹਾਂਗੇ। ਪਰ ਇਹਨਾਂ ਤਿੰਨਾਂ ਡੈਫੀਨੇਸ਼ਨਸ ਨੂੰ ਤੁਸੀਂ ਨੋਟ ਕਰ ਲਓ ਕਿ ਇਹ ਕਿਹਨੇ ਦਿੱਤੀਆਂ ਸੀ। ਵੈਲਥ ਡੈਫੀਨੇਸ਼ਨ ਦਿੱਤੀ ਸੀ ਐਡਮ ਸਮਿਥ ਨੇ, ਜਿਸ ਵਿੱਚ ਉਹਨਾਂ ਨੇ ਸਾਰੀ ਸਟੱਡੀ ਵੈਲਥ ਦੇ ਉੱਤੇ ਕੀਤੀ ਹੈ, ਜਾਇਦਾਦ ਦੇ ਉੱਤੇ ਕੀਤੀ ਹੈ, ਮਟੀਰੀਅਲ ਥਿੰਗਸ ਦੇ ਉੱਪਰ ਕੀਤੀ ਹੈ। ਉਸੇ ਤਰ੍ਹਾਂ ਵੈਲਫੇਅਰ ਡੈਫੀਨੇਸ਼ਨ ਮਾਰਸ਼ਲ ਨੇ ਦਿੱਤੀ, ਕਿਉਂਕਿ ਮਾਰਸ਼ਲ ਨੂੰ ਲੱਗਿਆ ਕਿ ਐਡਮ ਸਮਿਥ ਨੇ ਸਿਰਫ ਵੈਲਥ ਨਾਲ ਇਕਨੋਮਿਕਸ ਨੂੰ ਜੋੜ ਦਿੱਤਾ, ਪਰ ਇਸ ਨਾਲ ਜੋ ਮਨੁੱਖਤਾ ਦਾ ਕਲਿਆਣ ਕਿਸ ਤਰ੍ਹਾਂ ਹੋਏਗਾ। ਬਾਅਦ ਵਿੱਚ ਉਹਨਾਂ ਨੇ ਫਿਰ ਆਪਣੀ ਇੱਕ ਸਟੱਡੀ ਕੀਤੀ ਜਿਸ ਵਿੱਚ ਉਹਨਾਂ ਨੇ ਵੈਲਫੇਅਰ ਨੂੰ ਮੇਨ ਰੱਖਿਆ ਆਪਣੀ ਸਟੱਡੀ ਵਿੱਚ, ਇਸ ਲਈ ਉਸ ਨੂੰ ਵੈਲਫੇਅਰ ਡੈਫੀਨੇਸ਼ਨ ਕਿਹਾ ਜਾਂਦਾ ਹੈ। ਉਹਨਾਂ ਨੂੰ ਕ੍ਰਿਟੀਸਾਈਜ਼ ਕਰਕੇ ਫਿਰ ਲਾਰਡ ਰੋਬਿਨਸ ਨੇ ਸਕਾਰਸਿਟੀ ਡੈਫੀਨੇਸ਼ਨ ਦਿੱਤੀ, ਕਿਉਂਕਿ ਉਹਨਾਂ ਨੇ ਕਿਹਾ ਕਿ ਇਹਨਾਂ ਦੋਨਾਂ ਨੇ ਆਪਣੀ ਗੱਲ ਤਾਂ ਰੱਖ ਦਿੱਤੀ ਹੈ, ਪਰ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਸਕਾਰਸ ਰਿਸੋਰਸ ਨੂੰ ਕਿਸ ਤਰ੍ਹਾਂ ਯੂਜ਼ ਕੀਤਾ ਜਾਏ ਜਾਂ ਉਹਨਾਂ ਦੀ ਸਟੱਡੀ ਕਿਸ ਤਰ੍ਹਾਂ ਹੋਏ। ਉਹ ਸਾਰੀ ਜੋ ਸਟੱਡੀ ਹੈ ਉਹ ਸਕਾਰਸਿਟੀ ਡੈਫੀਨੇਸ਼ਨ ਵਿੱਚ ਕੀਤੀ ਹੋਈ ਹੈ। ਸੋ ਆਪਾਂ ਅੱਜ ਸਿਰਫ ਵੈਲਥ ਡੈਫੀਨੇਸ਼ਨ ਦੀ ਗੱਲ ਕਰਾਂਗੇ। ਹੁਣ ਗੱਲ ਕਰਦੇ ਹਾਂ ਵੈਲਥ ਡੈਫੀਨੇਸ਼ਨ ਦੀ।
ਸੋ ਗੱਲ ਕਰਦੇ ਹਾਂ ਆਪਾਂ ਵੈਲਥ ਡੈਫੀਨੇਸ਼ਨ ਦੀ। ਕਲਾਸੀਕਲ ਇਕੋਨਮਿਸਟਸ ਨੇ ਜਿਵੇਂ ਕਿ JB ਸੇ, ਐਡਮ ਸਮਿਥ, JS ਮਿਲ ਐਟਸੈਟਰਾ, ਇਹਨਾਂ ਨੇ ਓਪੀਨੀਅਨ ਦਿੱਤਾ ਕਿ ਜੋ ਇਕਨੋਮਿਕਸ ਹੈ ਉਹ ਬੇਸਿਕਲੀ ਸਟੱਡੀ ਕਰਦੀ ਹੈ ਵੈਲਥ ਦੀ, ਜਾਇਦਾਦ ਦੀ, ਮਟੀਰੀਅਲ ਥਿੰਗਸ ਦੀ। ਇਹਦਾ ਨੇਚਰ ਕੀ ਹੈ, ਇਹਦੀ ਪ੍ਰੋਡਕਸ਼ਨ ਕੀ ਹੈ, ਜਾਂ ਇਸ ਦੀ ਕੰਜ਼ੰਪਸ਼ਨ ਕਿਸ ਤਰ੍ਹਾਂ ਹੁੰਦੀ ਹੈ। ਸੋ ਇਹਨਾਂ ਨੇ ਵੈਲਥ ਨੂੰ ਸਪੋਰਟ ਕੀਤਾ ਇਕਨੋਮਿਕਸ ਦੇ ਵਿੱਚ, ਇਸ ਲਈ ਇਸ ਡੈਫੀਨੇਸ਼ਨ ਨੂੰ ਵੈਲਥ ਡੈਫੀਨੇਸ਼ਨ ਦਾ ਨਾਮ ਦਿੱਤਾ ਗਿਆ ਹੈ। ਵੈਲਥ ਡੈਫੀਨੇਸ਼ਨ ਸਭ ਤੋਂ ਪਹਿਲਾਂ ਐਡਮ ਸਮਿਥ ਨੇ 1776 ਵਿੱਚ, ਉਹਨਾਂ ਦੀ ਬੁੱਕ ਜਿਹਦੀ ਆਪਾਂ ਪਿੱਛੇ ਵੀ ਗੱਲ ਕੀਤੀ ਹੈ ਵੈਲਥ ਆਫ ਨੇਸ਼ਨ, ਉਹਦੇ ਵਿੱਚ ਇਹਨਾਂ ਨੇ ਸਟੱਡੀ ਕੀਤਾ। ਇਹ ਇੱਕ ਇੰਪੋਰਟੈਂਟ ਡੈਫੀਨੇਸ਼ਨ ਹੈ, ਤੁਸੀਂ ਇਹਨੂੰ ਨੋਟ ਕਰ ਲਓ। ਇਹਨਾਂ ਨੇ ਕੀ ਕਿਹਾ ਕਿ ਇਕਨੋਮਿਕਸ ਇਜ਼ ਐਨ ਇਨਕੁਆਇਰੀ ਇਨਟੂ ਨੇਚਰ ਐਂਡ ਕੋਸਿਸ ਆਫ ਵੈਲਥ। ਕੀ ਕਹਿੰਦੇ ਨੇ ਕਿ ਇਕਨੋਮਿਕਸ ਕੀ ਕਰਦਾ ਹੈ, ਇਨਕੁਆਇਰੀ ਕਰਦਾ ਹੈ। ਕਾਹਦੀ ਇਨਕੁਆਇਰੀ ਕਰਦਾ ਹੈ ਕਿ ਨੇਚਰ ਅਤੇ ਕੋਜ਼ਿਜ਼ ਕੀ ਨੇ ਵੈਲਥ ਦੇ, ਵੈਲਥ ਕੀ ਹੈ, ਇਹਦਾ ਨੇਚਰ ਕੀ ਹੈ, ਇਹਨੂੰ ਪੈਦਾ ਕਰਨ ਦੇ ਕੀ ਕੋਜ਼ਿਜ਼ ਨੇ, ਇਹਨਾਂ ਨੂੰ ਕਿਸ ਤਰ੍ਹਾਂ ਵਧਾਇਆ ਜਾ ਸਕਦਾ, ਇਹ ਸਾਰੀਆਂ ਗੱਲਾਂ ਐਡਮ ਸਮਿਥ ਨੇ ਸਟੱਡੀ ਕੀਤੀਆਂ। ਉਹਨਾਂ ਦੇ ਸਪੋਰਟਰ ਨੇ ਜਾਂ ਉਹਨਾਂ ਦੇ ਫੋਲੋਅਰ ਨੇ JB ਸੇ, ਉਹ ਕੀ ਕਹਿ ਰਹੇ ਨੇ, ਇਕਨੋਮਿਕਸ ਇਜ਼ ਦਾ ਸਾਇੰਸ ਵਿਚ ਟਰੀਟਸ ਆਫ ਵੈਲਥ, ਕਿ ਇਕਨੋਮਿਕਸ ਇੱਕ ਸਾਇੰਸ ਹੈ ਜੋ ਵੈਲਥ ਨੂੰ ਟਰੀਟ ਕਰਦੀ ਹੈ, ਜਾਇਦਾਦ ਨੂੰ ਟਰੀਟ ਕਰਦੀ ਹੈ, ਜਾਇਦਾਦ ਦੀ ਗੱਲ ਕਰਦੀ ਹੈ। ਉਸੇ ਤਰ੍ਹਾਂ JS ਮਿਲ ਨੇ, ਉਹਨਾਂ ਨੇ ਕੀ ਕਿਹਾ, ਇਕਨੋਮਿਕਸ ਇਜ਼ ਦਾ ਪ੍ਰੈਕਟੀਕਲ ਸਾਇੰਸ। ਕਹਿੰਦੇ ਕਿ ਪ੍ਰੈਕਟੀਕਲ ਸਾਇੰਸ ਹੈ, ਕਾਹਦੀ ਗੱਲ ਕਰ ਰਹੀ ਹੈ, ਪ੍ਰੋਡਕਸ਼ਨ ਐਂਡ ਡਿਸਟਰੀਬਿਊਸ਼ਨ ਆਫ ਵੈਲਥ, ਕਿ ਨੇਸ਼ਨ ਕੋਈ ਵੀ ਸਟੇਟ ਹੈ ਉਹਦੀ ਜੋ ਜਾਇਦਾਦ ਹੈ ਉਹਦੀ ਪ੍ਰੋਡਕਸ਼ਨ ਕਿਸ ਤਰ੍ਹਾਂ ਹੋਏ ਅਤੇ ਉਸਨੂੰ ਡਿਸਟਰੀਬਿਊਟ ਕਿਸ ਤਰ੍ਹਾਂ ਕੀਤਾ ਜਾਏ। ਸੋ ਇਹ ਨੇ ਤਿੰਨੋਂ ਵੈਲਥ ਡੈਫੀਨੇਸ਼ਨ, ਤਿੰਨੋਂ ਇੰਪੋਰਟੈਂਟ ਨੇ, ਤਿੰਨਾਂ ਨੂੰ ਨੋਟ ਕਰ ਲਓ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਇਸ ਡੈਫੀਨੇਸ਼ਨ ਦੇ ਫੀਚਰਸ ਕੀ ਨੇ, ਕੀ ਇੰਪੋਰਟੈਂਟ ਚੀਜ਼ਾਂ ਨੇ ਜੋ ਇਸ ਵਿੱਚ ਗੱਲ ਕੀਤੀਆਂ ਗਈਆਂ। ਸੋ ਸਭ ਤੋਂ ਪਹਿਲਾਂ ਐਡਮ ਸਮਿਥ ਕੀ ਕਹਿ ਰਹੇ ਨੇ, ਐਡਮ ਸਮਿਥ ਕਹਿੰਦੇ ਨੇ ਪਰਪਸ ਆਫ ਸਟੱਡੀ ਆਫ ਇਕਨੋਮਿਕਸ ਇਜ਼ ਟੂ ਇਨਕਰੀਜ਼ ਵੈਲਥ ਆਫ ਨੇਸ਼ਨ, ਕਿ ਉਹ ਕਹਿੰਦੇ ਨੇ ਕਿ ਇਕਨੋਮਿਕਸ ਦਾ ਮੇਨ ਜੋ ਏਮ ਹੈ ਜਾਂ ਉਸਦਾ ਜੋ ਟੀਚਾ ਹੈ ਮੇਨ, ਉਹਦਾ ਕੀ ਕੰਮ ਹੈ ਕਿ ਵੈਲਥ, ਜਾਇਦਾਦ ਨੂੰ ਕਿਸ ਤਰ੍ਹਾਂ ਇਨਕਰੀਜ਼ ਕੀਤਾ ਜਾਏ ਕਿਸੇ ਨੇਸ਼ਨ ਦੀ, ਕਿਸੇ ਵੀ ਦੇਸ਼, ਕਿਸੇ ਵੀ ਰਾਜ ਦੀ ਜੋ ਜਾਇਦਾਦ ਹੈ ਉਸਨੂੰ ਕਿਸ ਤਰ੍ਹਾਂ ਇਨਕਰੀਜ਼ ਕੀਤਾ ਜਾਏ। ਉਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਟਰਮ ਜੋ ਵੈਲਥ ਹੈ, ਜੋ ਵੈਲਥ ਸ਼ਬਦ ਹੈ, ਜਾਇਦਾਦ ਸ਼ਬਦ ਹੈ, ਉਹਨਾਂ ਨੇ ਕੀ ਮਤਲਬ ਲਿਆ, ਉਹਨਾਂ ਨੇ ਇੱਥੋਂ ਮਤਲਬ ਲਿਆ ਸਕਾਰਸ ਮਟੀਰੀਅਲ ਥਿੰਗਸ, ਉਹ ਛੂਹ ਸਕਣ ਵਾਲੀਆਂ ਚੀਜ਼ਾਂ ਜੋ ਕਿ ਬਹੁਤ ਘੱਟ ਨੇ, ਜਿਵੇਂ ਕਲੋਥ, ਕਾਰ, ਫਰਨੀਚਰ, ਕੱਪੜੇ ਹੋ ਗਏ, ਕਾਰ ਹੋ ਗਈ, ਫਰਨੀਚਰ ਹੋ ਗਿਆ, ਪ੍ਰੋਪਰਟੀ ਜੋ ਵੀ ਆਪਣੀ ਹੈ ਆਪਣੇ ਘਰ, ਇਹ ਸਾਰੀ ਵੈਲਥ ਦੇ ਅੰਡਰ, ਜਿਸ ਨੂੰ ਆਪਾਂ ਛੂਹ ਸਕੀਏ, ਮਹਿਸੂਸ ਕਰ ਸਕੀਏ। ਠੀਕ ਹੈ, ਉਹ ਸਾਰੀਆਂ ਜੋ ਮਟੀਰੀਅਲ ਥਿੰਗਸ ਨੇ, ਉਹ ਸਾਰਾ ਜੋ ਟਰਮ ਉਹਨਾਂ ਲਈ ਉਹਨਾਂ ਨੇ ਇੱਕ ਟਰਮ ਯੂਜ਼ ਕੀਤੀ ਵੈਲਥ। ਉਸੇ ਤਰ੍ਹਾਂ ਅਗਲੀ ਫੀਚਰ ਕੀ ਹੈ, ਇਕਨੋਮਿਕਸ ਸੀਕ ਟੂ ਇਨਵੈਸਟੀਗੇਟ ਦਾ ਕੌਜ਼ਜ਼ ਦੈਟ ਲੀਡਸ ਟੂ ਇਨਕਰੀਜ਼ ਵੈਲਥ। ਉਹ ਕਹਿੰਦੇ ਨੇ ਕਿ ਇਕਨੋਮਿਕਸ ਸਟੱਡੀ ਕਰਦਾ ਹੈ, ਕੀ ਇਨਵੈਸਟੀਗੇਟ ਕਰ ਰਿਹਾ ਕੀ ਕਾਰਨ ਨੇ ਜਿਨ੍ਹਾਂ ਤੋਂ ਜਾਇਦਾਦ ਨੂੰ ਇਨਕਰੀਜ਼ ਕੀਤਾ ਜਾ ਸਕਦਾ ਹੈ, ਵਧਾਇਆ ਜਾ ਸਕਦਾ ਹੈ। ਅੱਗੇ ਆਪਾਂ ਦੇਖਦੇ ਹਾਂ। ਸੋ ਨੈਕਸਟ ਫੀਚਰ ਕੀ ਹੈ, ਨੈਕਸਟ ਉਹ ਕਹਿ ਰਹੇ ਨੇ ਕਿ ਜੋ ਵੀ ਸਪੋਰਟਰਸ ਨੇ ਵੈਲਥ ਡੈਫੀਨੇਸ਼ਨ ਦੇ, ਜਿਵੇਂ ਕਿ JB ਸੇ, JS ਮਿਲ, ਜੋ ਐਡਮ ਸਮਿਥ, ਇਹਨਾਂ ਨੇ ਇੱਕ ਇਕਨੋਮਿਕ ਮੈਨ ਨੂੰ ਇਮੈਜਿਨ ਕੀਤਾ ਹੈ ਪੂਰੀ ਡੈਫੀਨੇਸ਼ਨ ਦੇ ਵਿੱਚ। ਹੁਣ ਇਕਨੋਮਿਕ ਮੈਨ ਕੀ ਹੈ, ਇਹਦੇ ਵਿੱਚ ਉਹਨਾਂ ਦਾ ਇਕਨੋਮਿਕ ਮੈਨ ਦਾ ਮਤਲਬ ਹੈ ਕਿ ਜੋ ਵੀ ਮਨੁੱਖ ਹੈ, ਇਨਸਾਨ ਹੈ, ਆਪਾਂ ਹਾਂ, ਤੁਸੀਂ ਹੋ, ਕਿ ਇਹਨਾਂ ਨੂੰ ਆਪਣੀਆਂ ਜ਼ਰੂਰਤਾਂ ਦਾ ਪਤਾ ਹੈ ਅਤੇ ਇਹ ਐਫਰਟ ਵੀ ਕਰਦੇ ਨੇ ਕਿ ਉਹਨਾਂ ਜ਼ਰੂਰਤਾਂ ਨੂੰ ਕਿਸ ਤਰ੍ਹਾਂ ਪੂਰਾ ਕੀਤਾ ਜਾਏ। ਉਹਨਾਂ ਨੂੰ ਪਤਾ ਹੈ ਕਿ ਉਹਨਾਂ ਦਾ ਸੈਲਫ ਇੰਟਰਸਟ ਕੀ ਹੈ, ਮਨੁੱਖ ਨੂੰ ਪਤਾ ਹੈ ਕਿ ਉਹਦਾ ਸੈਲਫ ਇੰਟਰਸਟ ਕੀ ਹੈ ਅਤੇ ਉਸਨੂੰ ਕੀ ਚਾਹੀਦਾ ਹੈ, ਉਸਨੂੰ ਕਾਰ ਚਾਹੀਦੀ ਹੈ, ਕੱਪੜੇ ਚਾਹੀਦੇ ਆ, ਫਰਨੀਚਰ ਚਾਹੀਦਾ ਜਾਂ ਕੁਝ ਹੋਰ ਚਾਹੀਦਾ, ਅਤੇ ਉਸਨੂੰ ਪਾਉਣ ਲਈ ਉਹ ਕੀ ਐਫਰਟ ਕਰਦਾ ਹੈ। ਮੰਨ ਲਓ ਕਿ ਕਿਸੇ ਨੂੰ ਜੋਬ ਚਾਹੀਦੀ ਹੈ, ਤੁਹਾਨੂੰ ਅੱਛਾ ਰੈਂਕ ਚਾਹੀਦਾ, ਤੁਹਾਨੂੰ ਪਤਾ ਹੈ ਇਸ ਚੀਜ਼ ਦਾ ਕਿ ਤੁਹਾਨੂੰ ਅੱਛਾ ਰੈਂਕ ਚਾਹੀਦਾ, ਤੁਸੀਂ ਉਹਦੇ ਲਈ ਐਫਰਟ ਕਰ ਰਹੇ ਹੋ, ਸਟੱਡੀ ਕਰ ਰਹੇ ਹੋ। ਉਸੇ ਤਰ੍ਹਾਂ ਉਹਨਾਂ ਨੇ ਇਕਨੋਮਿਕ ਮੈਨ ਨੂੰ ਇਮੈਜਿਨ ਕੀਤਾ ਕਿ ਜਿਸ ਨੂੰ ਪਤਾ ਕਿ ਉਸਦੀਆਂ ਪੈਸੇ ਰਿਲੇਟਿਡ ਜ਼ਰੂਰਤਾਂ ਕੀ ਨੇ, ਉਹਨਾਂ ਨੂੰ ਪੂਰਾ ਕਰਨ ਲਈ ਉਹ ਕੀ ਕਰ ਰਿਹਾ, ਕੰਮ ਕਰ ਰਿਹਾ, ਬਿਜ਼ਨਸ ਕਰ ਰਿਹਾ, ਚੋਰੀ ਕਰ ਰਿਹਾ, ਚਕਾਰੀ ਕਰ ਰਿਹਾ, ਇਹ ਸਾਰੀ ਸਟੱਡੀ ਉਹਦੇ ਅੰਦਰ ਕੀਤੀ ਗਈ ਹੈ। ਹੁਣ ਮੈਰਿਟਸ ਕੀ ਨੇ ਵੈਲਥ ਡੈਫੀਨੇਸ਼ਨ ਦੀਆਂ, ਮੈਰਿਟਸ ਇਹ ਕੀ ਕਰਦੀ ਹੈ, ਇਹ ਹੈਲਪ ਕਰਦੀ ਹੈ ਡਿਵੈਲਪ ਕਰਨ ਨੂੰ ਇੰਡੀਪੈਂਡੈਂਟ ਸਟੱਡੀ ਆਫ ਵੈਲਥ, ਕਿਉਂਕਿ ਵੈਲਥ ਜੋ ਹੈ ਉਸ ਦਾ ਅਲੱਗ ਤੋਂ ਬਹੁਤ ਸਾਰੀ ਸਟੱਡੀਜ਼ ਹੁੰਦੀਆਂ ਨੇ, ਪਰ ਇਹ ਜੋ ਇਕਨੋਮਿਕਸ ਦੇ ਅੰਦਰ ਜਦੋਂ ਸਟੱਡੀ ਹੁੰਦੀ ਹੈ ਤਾਂ ਇਹ ਹੈਲਪ ਕਰਦੀ ਹੈ ਕਿ ਉਸਨੂੰ ਕਿਸ ਤਰ੍ਹਾਂ ਡਿਵੈਲਪ ਕੀਤਾ ਜਾਏ, ਉਸਨੂੰ ਕਿਸ ਤਰ੍ਹਾਂ ਇਨਕਰੀਜ਼ ਕੀਤਾ ਜਾਏ, ਵੈਲਥ ਨੂੰ ਕਿਸ ਤਰ੍ਹਾਂ ਇਨਕਰੀਜ਼ ਕੀਤਾ ਜਾਏ। ਇਹਦਾ ਪਰਪਸ ਕੀ ਹੈ ਸਟੱਡੀ ਦਾ, ਕਿਸ ਤਰ੍ਹਾਂ ਵੈਲਥ ਨੂੰ ਵਧਾਇਆ ਜਾਏ, ਦੋਨਾਂ ਨੂੰ, ਰਾਜ ਦੀ ਵੀ ਅਤੇ ਇੰਡੀਵਿਜੂਅਲ ਪਰਸਨ, ਇਕੱਲੇ ਬੰਦੇ ਦੀ ਵੀ ਅਤੇ ਪੂਰੇ ਸਮਾਜ ਦੀ ਵੀ ਜੋ ਵੈਲਥ ਹੈ ਉਸਨੂੰ ਕਿਸ ਤਰ੍ਹਾਂ ਇਨਕਰੀਜ਼ ਕੀਤਾ ਜਾ ਸਕਦਾ ਹੈ।
ਹੁਣ ਕਿਉਂਕਿ ਇੱਕ ਥਿਊਰੀ ਬਣੀ ਹੈ, ਇਸ ਤੋਂ ਬਾਅਦ ਇਹ ਕਲਾਸੀਕਲ ਥਿਊਰੀ ਹੈ, ਇਸ ਤੋਂ ਬਾਅਦ ਬਹੁਤ ਸਾਰੇ ਹੋਰ ਇਕੋਨਮਿਸਟ ਆਏ ਹੋਣਗੇ, ਉਹਨਾਂ ਨੇ ਰਿਸਰਚ ਕੀਤੀ ਹੋਏਗੀ। ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਮਾਰਸ਼ਲ ਨੇ ਕਿਹਾ ਸੀ ਕਿ ਉਹਨਾਂ ਨੇ ਵੈਲਫੇਅਰ ਨੂੰ ਵਿੱਚ ਕਾਊਂਟ ਨਹੀਂ ਕੀਤਾ, ਲਾਰਡ ਰੋਬਿਨਸ ਨੇ ਕਿਹਾ ਸੀ ਕਿ ਉਹਨਾਂ ਨੇ ਸਕਾਰਸਿਟੀ ਨੂੰ ਵਿੱਚ ਜਗ੍ਹਾ ਨਹੀਂ ਦਿੱਤੀ। ਤਾਂ ਉਹਨਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਕ੍ਰਿਟਿਕਸ ਹੁੰਦੇ ਨੇ ਜੋ ਕ੍ਰਿਟੀਸਾਈਜ਼ ਕਰਦੇ ਨੇ ਸਾਰੀ ਥਿਊਰੀਜ਼ ਨੂੰ। ਸੋ ਉਸੇ ਤਰ੍ਹਾਂ ਆਪਾਂ ਉਹਨਾਂ ਦੇ ਵਿਊਜ਼ ਵੀ ਦੇਖਦੇ ਹਾਂ ਕਿ ਉਹ ਕਿਉਂ ਕ੍ਰਿਟੀਸਾਈਜ਼ ਕਰ ਰਹੇ ਨੇ। ਕਾਰਲੇ, ਰਸਕਿਨ ਅਤੇ ਮੋਰਿਸ ਇਹਨਾਂ ਨੇ ਬੇਸਿਕਲੀ ਕ੍ਰਿਟੀਸਾਈਜ਼ ਕੀਤਾ ਇਸ ਡੈਫੀਨੇਸ਼ਨ ਨੂੰ। ਰਸਕਿਨ ਅਤੇ ਕਾਰਲੇ ਨੇ ਤਾਂ ਇਹਨਾਂ ਨੂੰ ਬਾਸਟਰਡ ਸਾਇੰਸ ਦਾ ਨਾਮ ਦੇ ਦਿੱਤਾ ਹੈ। ਇਹਨਾਂ ਨੇ ਕਿਹਾ ਹੈ ਕਿ ਇਹ ਸਿਰਫ ਇੱਕ ਬ੍ਰੈਡ ਅਤੇ ਬਟਰ ਦੀ ਸਾਇੰਸ ਹੈ, ਮਤਲਬ ਸਿਰਫ ਇੱਕ ਖਾਣ ਪੀਣ ਦੀਆਂ ਚੀਜ਼ਾਂ ਦੀ ਗੱਲ ਹੋ ਰਹੀ ਹੈ, ਬਾਕੀ ਹੋਰ ਮਨੁੱਖਤਾ ਨਾਲ ਰਿਲੇਟਡ ਕਿਸੇ ਚੀਜ਼ ਦੀ ਗੱਲ ਨਹੀਂ ਹੋ ਰਹੀ। ਸੋ ਇੱਕ ਬਾਸਟਰਡ ਸਾਇੰਸ ਹੈ, ਫਾਲਤੂ ਦੀ ਸਾਇੰਸ ਹੈ ਜਿਸ ਨੂੰ ਸਟੱਡੀ ਕੀਤਾ ਜਾ ਰਿਹਾ। ਸੋ ਮੇਨ ਪੁਆਇੰਟਸ ਨੇ ਜੋ ਉਹਨਾਂ ਨੂੰ ਕ੍ਰਿਟੀਸਾਈਜ਼ ਕਰਨ ਵਾਲੇ ਉਹ ਕੀ ਨੇ ਕਿ ਮੋਰ ਇੰਫੇਸਿਸ ਔਨ ਵੈਲਥ। ਉਹ ਕੀ ਕਹਿ ਰਹੇ ਨੇ ਕਿ ਜਾਇਦਾਦ 'ਤੇ ਬਹੁਤ ਜ਼ਿਆਦਾ ਗੱਲ ਕੀਤੀ ਗਈ ਹੈ, ਕੋਈ ਹੋਰ ਟੈਕਸਿਸ 'ਤੇ ਗੱਲ ਨਹੀਂ ਕੀਤੀ ਗਈ, ਕਿਸੇ ਹੋਰ ਚੀਜ਼ 'ਤੇ ਗੱਲ ਨਹੀਂ ਕੀਤੀ ਗਈ, ਸਿਰਫ ਵੈਲਥ ਨੂੰ ਇਸ ਡੈਫੀਨੇਸ਼ਨ ਵਿੱਚ ਮੇਨ ਦਰਜਾ ਦਿੱਤਾ ਗਿਆ। ਸੋ ਇੱਕ ਕ੍ਰਿਟੀਕਲ ਪੁਆਇੰਟ ਹੈ ਇਹਦਾ। ਉਸ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਵੈਲਥ ਕੀ ਇਨਕਲੂਡ ਕਰ ਰਹੀ ਹੈ, ਸਿਰਫ ਮਟੀਰੀਅਲ ਥਿੰਗਸ। ਜਿਵੇਂ ਉਹ ਪਿੱਛੇ ਆਪਾਂ ਗੱਲ ਕੀਤੀ ਕਿ ਉਹ ਕੀ ਇਨਕਲੂਡ ਕਰ ਰਹੇ ਨੇ, ਕਾਰ ਕਰ ਰਹੇ ਨੇ, ਫਰਨੀਚਰ ਕਰ ਰਹੇ ਨੇ, ਕੱਪੜੇ ਕਰ ਰਹੇ ਨੇ, ਉਹਨਾਂ ਨੂੰ ਸਿਰਫ ਮਟੀਰੀਅਲ ਥਿੰਗਸ ਨੂੰ ਇਨਕਲੂਡ ਕਰ ਰਹੇ ਨੇ। ਪਰ ਜੋ ਇੱਥੇ ਉਹ ਕਹਿ ਰਹੇ ਨੇ, ਜੋ ਇਹ ਕਾਰਲੇ ਹੈ ਜਾਂ ਰਸਕਿਨ ਹੈ, ਇਹ ਕਹਿ ਰਹੇ ਨੇ ਕਿ ਨੋਨ ਮਟੀਰੀਅਲ ਥਿੰਗਸ ਨੂੰ ਵਿੱਚ ਐਡ ਕਰਨਾ ਚਾਹੀਦਾ। ਹੁਣ ਨੋਨ ਮਟੀਰੀਅਲ ਥਿੰਗਸ ਕੀ ਨੇ? ਮੰਨ ਲਓ ਡਾਕਟਰ ਦੀਆਂ ਸੇਵਾਵਾਂ ਨੇ, ਹੁਣ ਉਹ ਵੀ ਸਰਕਾਰ ਨਾਲ ਜੁੜੀਆਂ ਹੋਈਆਂ ਨੇ, ਗਵਰਨਮੈਂਟ ਜੋਬਸ ਨੇ, ਟੀਚਰ ਦੀਆਂ ਜੋਬਸ ਨੇ, ਇਹ ਸਾਰੀਆਂ ਗਵਰਨਮੈਂਟ ਨਾਲ ਜੁੜੀਆਂ ਹੋਈਆਂ ਨੇ। ਇਹ ਆਪਣੀ ਇਕੋਨਮੀ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੇ ਨੇ। ਸੋ ਇਹਨਾਂ ਦੀ ਗੱਲ ਕਿਉਂ ਨਹੀਂ ਹੋਈ? ਸੋ ਇਹ ਵੀ ਇੱਕ ਕ੍ਰਿਟੀਕਲ ਪੁਆਇੰਟ ਹੈ। ਉਸ ਤੋਂ ਬਾਅਦ ਉਹ ਕਹਿ ਰਹੇ ਨੇ ਕਿ ਜੋ ਇਕਨੋਮਿਕ ਮੈਨ ਦਾ ਕੰਸੈਪਟ ਐਡਮ ਸਮਿਥ ਨੇ ਦਿੱਤਾ ਹੈ, ਉਹ ਇੱਕ ਫੁਲਿਸ਼ ਕੰਸੈਪਟ ਹੈ, ਮੂਰਖਤਾਪੂਰਨ ਕੰਸੈਪਟ ਹੈ। ਇਸ ਤਰ੍ਹਾਂ ਦਾ ਕੋਈ ਵਿਅਕਤੀ ਹੈ ਹੀ ਨਹੀਂ। ਅਗਰ ਹੈ ਤਾਂ ਉਹ ਸਿਰਫ ਸੈਲਫਿਸ਼ ਹੈ, ਸਿਰਫ ਆਪਣੇ ਮੋਟਿਵਸ ਲਈ ਕੰਮ ਕਰੇਗਾ। ਉਸ ਨੂੰ ਸਮਾਜ ਨੂੰ ਸਿਰਫ ਉਸ ਤੋਂ ਨੁਕਸਾਨ ਹੀ ਹੋਏਗਾ, ਕੋਈ ਫਾਇਦਾ ਨਹੀਂ ਹੋਏਗਾ। ਉਸੇ ਤਰ੍ਹਾਂ ਨੈਗਲੈਕਟ ਆਫ ਵੈਲਫੇਅਰ, ਇਹ ਮੇਨ ਮਾਰਸ਼ਲ ਨੇ ਬਾਅਦ ਵਿੱਚ ਇਸ 'ਤੇ ਸਟੱਡੀ ਕੀਤੀ। ਮਾਰਸ਼ਲ ਕਹਿੰਦੇ ਨੇ ਕਿ ਇਹ ਇੱਕ ਕੰਸੈਪਟ ਹੈ ਜਿਸ ਵਿੱਚ ਵੈਲਫੇਅਰ ਨੂੰ ਨੈਗਲੈਕਟ ਕੀਤਾ ਗਿਆ। ਹਿਊਮਨ ਬੀਇੰਗ ਦਾ ਕੋਈ ਵੈਲਫੇਅਰ ਨਹੀਂ ਹੈ। ਅਗਰ ਉਹਦੀ ਕੋਈ ਵੈਲਫੇਅਰ ਦੀ ਗੱਲ ਨਹੀਂ ਹੋਏਗੀ ਤਾਂ ਸਟੱਡੀ ਕਿਸ ਚੀਜ਼ ਦੀ? ਉਸ ਤੋਂ ਬਾਅਦ ਇਹਨਾਂ ਨੇ ਨੈਗਲੈਕਟ ਕਰਤੀ ਪ੍ਰੋਬਲਮ ਆਫ ਸਕਾਰਸਿਟੀ ਐਂਡ ਚੋਇਸ ਦੀ। ਉਸੇ ਤਰ੍ਹਾਂ ਲਾਰਡ ਰੋਬਿਨਸ ਬਾਅਦ ਵਿੱਚ ਕਹਿੰਦੇ ਨੇ ਕਿ ਇਹਨਾਂ ਨੇ ਸਕਾਰਸਿਟੀ ਅਤੇ ਚੋਇਸ ਨੂੰ, ਜੋ ਉਹਨਾਂ ਦੀ ਪ੍ਰੋਬਲਮ ਹੈ, ਮੇਨ ਪ੍ਰੋਬਲਮ ਹੈ, ਜੋ ਉਸ ਨੂੰ ਤਾਂ ਡਿਸਕਸ ਹੀ ਨਹੀਂ ਕੀਤਾ। ਸਕਾਰਸਿਟੀ ਕੀ ਹੈ? ਚੀਜ਼ਾਂ ਦੀ ਕਮੀ ਹੋਣੀ, ਘਾਟ ਹੋਣੀ, ਰਿਸੋਰਸਿਸ ਆਪਣੇ ਕੋਲ ਘੱਟ ਨੇ ਪਰ ਆਪਣੀਆਂ ਇੱਛਾਵਾਂ ਜ਼ਿਆਦਾ ਨੇ। ਇਹ ਸਟੱਡੀ ਨਹੀਂ ਹੋਈ ਅਤੇ ਫਿਰ ਆਪਾਂ ਇਕਨੋਮਿਕਸ ਦੇ ਅੰਦਰ ਮੇਨ ਸਟੱਡੀ ਕੀ ਕਰ ਰਹੇ ਹਾਂ? ਆਪਣੀ ਮੇਨ ਤਾਂ ਪ੍ਰੋਬਲਮ ਇਹੀ ਹੈ। ਅਗਰ ਇਹ ਸਟੱਡੀ ਨਹੀਂ ਹੋਈ ਤਾਂ ਕ੍ਰਿਟਿਕਸ ਤਾਂ ਇਹਨੂੰ ਕ੍ਰਿਟੀਸਾਈਜ਼ ਕਰਨਗੇ ਹੀ। ਉਸ ਤੋਂ ਬਾਅਦ ਨੈਗਲੈਕਟ ਮੀਨਸ ਟੂ ਅਟੇਨ ਵੈਲਥ। ਉਹਨਾਂ ਨੇ ਕਿਹਾ, ਕ੍ਰਿਟਿਕਸ ਕਹਿੰਦੇ ਨੇ ਕਿ ਉਹਨਾਂ ਨੇ ਉਹ ਮੀਨਸ ਜਾਂ ਉਹ ਰਿਸੋਰਸਿਸ ਤਾਂ ਦੱਸੇ ਹੀ ਨਹੀਂ ਜਿਨ੍ਹਾਂ ਨਾਲ ਜਾਇਦਾਦ ਨੂੰ ਪਾਇਆ ਜਾ ਸਕੇ। ਉਸ ਤੋਂ ਬਾਅਦ ਟਾਕ ਅਬਾਊਟ ਮਟੀਰੀਅਲ ਗੁੱਡਸ ਅਲੋਨ। ਕੇਨਜ਼ ਸੇਜ਼ ਸਟੱਡੀ ਸ਼ੁੱਡ ਇਨਕਲੂਡ ਮਟੀਰੀਅਲ ਐਂਡ ਨੋਨ ਮਟੀਰੀਅਲ ਗੁੱਡ। ਸੇਮ ਉਸੇ ਤਰ੍ਹਾਂ ਜਿਵੇਂ ਉਹਨਾਂ ਨੇ ਉੱਪਰ ਕਿਹਾ ਸੀ ਕਿ ਇਹਨਾਂ ਨੇ ਸਿਰਫ ਮਟੀਰੀਅਲ ਥਿੰਗਸ ਨੂੰ ਹੀ ਇਨਕਲੂਡ ਕੀਤਾ ਹੈ, ਨੋਨ ਮਟੀਰੀਅਲ ਥਿੰਗਸ ਨੂੰ ਕਿਉਂ ਨਹੀਂ ਇਨਕਲੂਡ ਕੀਤਾ। ਉਸੇ ਤਰ੍ਹਾਂ ਲਾਰਡ ਕੇਨਜ਼, ਜਿਨ੍ਹਾਂ ਨੂੰ ਫਾਦਰ ਆਫ ਮੈਕਰੋ ਇਕਨੋਮਿਕਸ ਕਿਹਾ ਜਾਂਦਾ ਹੈ, ਉਹਨਾਂ ਨੇ ਆਪਣੀ ਸਟੱਡੀ ਵਿੱਚ ਕਿਹਾ ਕਿ ਇਹਨਾਂ ਨੂੰ ਮਟੀਰੀਅਲ ਅਤੇ ਨੋਨ ਮਟੀਰੀਅਲ ਗੁੱਡਸ ਦੋਨਾਂ ਤਰ੍ਹਾਂ ਦੀ ਜੋ ਗੁੱਡਸ ਸੀ ਉਹਨਾਂ ਨੂੰ ਡਿਸਕਸ ਕਰਨਾ ਚਾਹੀਦਾ ਸੀ। ਸੋ ਇਹ ਸੀ ਕ੍ਰਿਟੀਸਾਈਜ਼ ਕਰਨ ਵਾਲੇ ਪੁਆਇੰਟ। ਸੋ ਅੱਜ ਆਪਾਂ ਇੰਟਰੋਡਕਸ਼ਨ ਕੀਤੀ, ਆਪਾਂ ਜਾਣਿਆ ਕਿ ਇਕਨੋਮਿਕਸ ਦੀ ਜੋ ਟਰਮ ਹੈ ਉਹ ਕਿੱਥੋਂ ਆਈ। ਤਾਂ ਇਹ ਆਪਾਂ ਇੱਕ ਐਡਮ ਸਮਿਥ ਦੀ ਵੈਲਥ ਡੈਫੀਨੇਸ਼ਨ ਨੂੰ ਵੀ ਸਟੱਡੀ ਕੀਤਾ। ਸੋ ਉਮੀਦ ਹੈ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਏਗੀ। ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ ਅਤੇ ਬੈਲ ਬਟਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨਸ ਮਿਲ ਸਕਣ। ਸਟੇ ਸੇਫ, ਸਟੇ ਐਟ ਹੋਮ। ਥੈਂਕ ਯੂ।